ਨਿਊ ਪੰਜਾਬੀ ਕਹਾਣੀਆਂ ਚੈਨਲ ਦੀ ਅੱਜ ਦੀ ਕਹਾਣੀ ਹੈ ਵੇਸ਼ਵਾ। ਇਸ ਬੱਚੀ ਦਾ ਜਨਮ 1 ਘੰਟਾ ਪਹਿਲਾਂ ਹੋਇਆ ਸੀ, ਪਰ ਇਹ ਜਾਣ ਕੇ ਕਿ ਧੀ ਨੇ ਜਨਮ ਲਿਆ ਹੈ, ਬੱਚੇ ਦੀ ਮਾਂ ਦਾ ਚਿਹਰਾ ਨਿਰਾਸ਼ਾ ਨਾਲ ਭਰ ਗਿਆ, ਜਿਵੇਂ ਉਹ ਸੋਗ ਮਨਾ ਰਹੀ ਹੋਵੇ। ਨੂਰੀ ਕਿੰਨਾ ਚਾਹੁੰਦੀ ਸੀ ਕਿ ਬੇਟਾ ਹੋਵੇ, ਪਰ ਬੇਟੀ ਦੇ ਜਨਮ ਨੇ ਨੂਰੀ ਦੇ ਆਉਣ ਵਾਲੇ ਜੀਵਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਇੰਨਾ ਸੋਹਣਾ ਬੱਚਾ ਹੋਇਆ, ਤੂੰ ਕਿਉਂ ਰੋ ਰਹੀ ਹੈ? ਮਾਂ ਦਾ ਪਹਿਲਾ ਦੁੱਧ ਖੁਸ਼ੀ ਨਾਲ ਇਸ ਨੂੰ ਪਿਲਾ, ਸਥਾਨਕ ਨਰਸ ਨੇ ਨੂਰੀ ਨੂੰ ਝਿੜਕ ਕੇ ਕਿਹਾ, ਅਤੇ ਨੂਰੀ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਜਦੋਂ ਨਰਸ ਨੇ ਪਿਆਰੀ ਬੱਚੀ ਨੂੰ ਨੂਰੀ ਦੀ ਗੋਦ ਵਿੱਚ ਲਿਆਂਦਾ ਤਾਂ ਉਹ ਰੋ ਪਈ। ਇੰਨੀ ਸੋਹਣੀ, ਅਜਿਹਾ ਗੁਲਾਬੀ ਰੰਗ, ਹੁਣ ਇਸ ਨੂੰ ਵੀ ਮੇਰੇ ਵਾਂਗ ਛੱਡ ਦੇਣਗੇ। ਬੱਚੇ ਦਾ ਜਨਮ ਆਪਰੇਸ਼ਨ ਰਾਹੀਂ ਹੋਇਆ ਸੀ। ਨੂਰੀ ਨੂੰ ਹੁਣੇ ਹੀ ਹੋਸ਼ ਆਈ ਸੀ। ਜਦੋਂ ਨਰਸ ਨੇ ਨੂਰੀ ਦੀ ਗੋਦ ਵਿੱਚ ਰੂਹ ਦੇ ਫੰਬੇ ਵਰਗਾ ਕੋਮਲ ਗੁਲਾਬੀ ਬੱਚਾ ਦਿੱਤਾ ਤਾਂ ਉਹ ਇੱਕ ਪਲ ਲਈ ਆਪਣਾ ਸਾਰਾ ਦਰਦ ਭੁੱਲ ਗਈ। ਬੱਚੇ ਨੂੰ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੈ, ਖਾਸ ਕਰਕੇ ਪਹਿਲਾ ਦੁੱਧ, ਕਿਉਂਕਿ ਉਹ ਬੇਹੱਦ ਪੌਸ਼ਟਿਕ ਹੁੰਦਾ ਹੈ। ਮਾਂ ਦੀ ਛੋਹ ਨਾਲ ਨਵਜੰਮੀ ਬੱਚੀ ਦੀ ਇਹ ਪਹਿਲੀ ਜਾਣ ਪਛਾਣ ਸੀ। ਮਾਂ ਦੇ ਦੁੱਧ ਦੇ ਰੂਪ ਵਿੱਚ ਅੰਮ੍ਰਿਤ ਪੀਂਦੇ ਹੋਏ, ਜਿਵੇਂ ਕਿ ਉਸ ਬੱਚੀ ਨੇ ਸੰਸਾਰ ਦੀ ਸਭ ਤੋਂ ਵੱਡੀ ਖੁਸ਼ੀ ਪ੍ਰਾਪਤ ਕੀਤੀ ਹੋਵੇ। ਅਤੇ ਬੱਚੇ ਨੂੰ ਜੱਫੀ ਪਾਉਂਦੇ ਹੀ ਨੂਰੀ ਦੀਆਂ ਅੱਖਾਂ ਮਾਂ ਬਣਨ ਦੇ ਅਹਿਸਾਸ ਨਾਲ ਭਰ ਆਈਆਂ, ਜਿਸ ਨੂੰ ਦੇਖ ਕੇ ਨਰਸ ਨੇ ਸਮਝਿਆ ਕਿ ਨੂਰੀ ਦਰਦ ਨਾਲ ਰੋ ਰਹੀ ਸੀ। ਪਤਾ ਨਹੀਂ ਕਿਵੇਂ ਨਰਸ ਨੂੰ ਨੂਰੀ ਨਾਲ ਖਿੱਚ ਮਹਿਸੂਸ ਹੋਈ। ਉਹ ਉਸਦੇ ਕੋਲ ਆਈ ਅਤੇ ਉਸਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਤੁਹਾਡੇ ਮੰਮੀ ਨੂੰ ਬੁਲਾਵਾਂ? ਉਹ ਉਸ ਪਿਆਰੀ ਬੱਚੀ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ। ਨੂਰੀ ਨੇ ਮਹਿਸੂਸ ਕੀਤਾ ਕਿ ਨਰਸ ਬਾਹਰ ਬੈਠੀ ਗਿੰਨੀ ਆਂਟੀ ਨੂੰ ਉਸਦੀ ਮਾਂ ਸਮਝ ਰਹੀ ਸੀ, ਤੇ ਸਮਝਦੀ ਵੀ ਕਿਉਂ ਨਹੀਂ। ਹਸਪਤਾਲ ਦੇ ਰਿਕਾਰਡ ਵਿੱਚ ਗਿੰਨੀ ਦਾ ਨਾਂ ਨੂਰੀ ਦੀ ਮਾਂ ਦੀ ਜਗ੍ਹਾ ਤੇ ਪਿਤਾ ਦੇ ਨਾਂ ਦੀ ਥਾਂ ਤੇ ਕੁਝ ਸਵਰਗਵਾਸੀ ਤ੍ਰਿਲੋਚਨ ਦਾ ਨਾਂ ਲਿਖਿਆ ਸੀ। ਪਰ ਨੂਰੀ ਨਰਸ ਨੂੰ ਕਿਵੇਂ ਦੱਸਦੀ ਕਿ ਉਸਦੀ ਮਾਂ ਵੀ ਵੇਸ਼ਵਾ ਸੀ ਅਤੇ ਪਿਤਾ ਦੇ ਨਾਂ ਬਾਰੇ ਕੁਝ ਨਹੀਂ ਪਤਾ। ਇਸ ਬੱਚੀ ਦੇ ਜਨਮ ਨੂੰ ਮਹਿਜ਼ 1 ਘੰਟਾ ਹੀ ਹੋਇਆ ਸੀ ਅਤੇ ਉਸਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਸੀ। ਇਸੇ ਲਈ ਨੂਰੀ ਆਪਣੀ ਬੇਟੀ ਦੇ ਜਨਮ 'ਤੇ ਖੁਸ਼ੀ ਮਨਾਉਣ ਦੀ ਬਜਾਏ ਸੋਗ ਮਨਾ ਰਹੀ ਸੀ। ਹੁਣ ਤੱਕ ਬੱਚਾ ਆਪਣੀ ਮਾਂ ਦੀ ਗੋਦੀ ਦੀ ਮਹਿਕ ਸੁੰਘ ਕੇ ਅਤੇ ਦੁੱਧ ਪੀ ਕੇ ਸੰਤੁਸ਼ਟ ਹੋ ਗਿਆ ਸੀ। ਨਰਸ ਨੇ ਬੱਚੇ ਨੂੰ ਨੂਰੀ ਦੀ ਗੋਦੀ ਤੋਂ ਚੁੱਕ ਕੇ ਪੰਘੂੜੇ 'ਚ ਪਾਇਆ ਤੇ ਨੂਰੀ ਦਾ ਆਪਰੇਸ਼ਨ ਕਰਨ ਵਾਲੀ ਡਾਕਟਰ ਗੁਲਾਟੀ ਨੂੰ ਬੁਲਾਇਆ। ਡਾਕਟਰ ਗੁਲਾਟੀ ਨੂੰ ਗਿੰਨੀ ਅਤੇ ਨੂਰੀ ਬਾਰੇ ਸੱਚਾਈ ਪਤਾ ਸੀ। ਉਸਨੇ ਆਉਂਦਿਆਂ ਹੀ ਨੂਰੀ ਨੂੰ ਕਿਹਾ, ਤੂੰ ਬਹੁਤ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਹੁਣ ਅਗਲੇ ਕੁਝ ਦਿਨਾਂ ਤੱਕ ਇਸ ਨੂੰ ਮਾਂ ਦਾ ਦੁੱਧ ਪਿਲਾਈ। ਫਿਰ ਨਰਸ ਨੂੰ ਕਿਹਾ, ਜਾ ਕੇ ਗਿੰਨੀ, ਮੇਰਾ ਮਤਲਬ ਨੂਰੀ ਦੀ ਮਾਂ ਨੂੰ ਲੈ ਕੇ ਆਓ। ਨਰਸ ਖੁਸ਼ ਹੋ ਗਈ ਅਤੇ ਗਿੰਨੀ ਨੂੰ ਬੁਲਾਉਣ ਗਈ। ਉਹਨੂੰ ਲੱਗਿਆ ਕਿ ਪੈਸੇ ਮਿਲਣਗੇ ਤੇ ਚੰਗੇ ਤੋਹਫੇ ਵੀ ਮਿਲਣਗੇ, ਇੰਨਾ ਸੋਹਣਾ ਬੱਚਾ ਹੋਇਆ। ਗਿੰਨੀ ਪੂਰੀ ਖੁਸ਼ੀ ਨਾਲ ਅੰਦਰ ਆਈ। ਬੱਚੀ ਨੂੰ ਗਿੰਨੀ ਨੇ ਗੋਦੀ ਵਿੱਚ ਚੁੱਕ ਕੇ ਚੁੱਪਚਾਪ ਨੂਰੀ ਦੇ ਕੰਨ ਵਿੱਚ ਕਿਹਾ, ਬੇਟੀ ਦਾ ਪੂਰਾ ਗੋਰਾ ਚਿੱਟਾ ਰੰਗ ਹੈ, ਆਉਣ ਵਾਲੇ ਸਮੇਂ ਵਿੱਚ ਬਹੁਤ ਕਮਾਏਗੀ, ਤੈਨੂੰ ਕੱਟ ਜਾਣਾ ਇਸਨੇ, ਨਵੇਂ ਰਿਕਾਰਡ ਬਣਾਏਗੀ। ਆਪਣੀ ਨਵਜੰਮੀ ਧੀ ਲਈ ਇਹੋ ਜਿਹੇ ਸ਼ਬਦ ਸੁਣ ਕੇ ਨੂਰੀ ਨੇ ਗਿੰਨੀ ਨੂੰ ਮੂੰਹ ਬੰਦ ਕਰਨ ਲਈ ਚੀਕ ਕੇ ਕਿਹਾ, ਇਹ ਮੇਰੀ ਧੀ ਹੈ, ਸਿਰਫ ਮੇਰੀ। ਮੈਂ ਇਸ ਨੂੰ ਵੇਸ਼ਵਾ ਨਹੀਂ ਬਣਨ ਦਿਆਂਗੀ, ਨਾ ਹੀ ਇਸ ਤੋਂ ਕੋਈ ਗਲਤ ਕੰਮ ਕਰਾਵਾਂਗੀ। ਤਾਜ਼ੇ ਆਪਰੇਸ਼ਨ ਤੋਂ ਨੂਰੀ ਅਜੇ ਕਮਜ਼ੋਰ ਸਰੀਰ ਅਤੇ ਥੱਕੇ ਹੋਏ ਦਿਮਾਗ ਨਾਲ ਗਿੰਨੀ ਨੂੰ ਆਪਣੀ ਗੱਲ ਸਮਝਾ ਗਈ, ਅਤੇ ਗਿੰਨੀ ਸਾਰੀ ਗੱਲ ਸਮਝ ਕੇ ਚੁੱਪਚਾਪ ਉੱਥੋਂ ਚਲੀ ਗਈ। ਥੋੜ੍ਹੀ ਦੇਰ ਵਿੱਚ ਗਿੰਨੀ ਫੇਰ ਵਾਪਸ ਆਈ ਅਤੇ ਇਹ ਕਹਿ ਕੇ ਚਲੀ ਗਈ ਕਿ ਉਹ ਕੱਲ੍ਹ ਫੇਰ ਆਵੇਗੀ। ਉਸਦੇ ਜਾਂਦੇ ਹੀ ਨੂਰੀ ਦਾ ਦਿਮਾਗ ਤੇਜ਼ੀ ਨਾਲ ਕੰਮ ਕਰਨ ਲੱਗਾ। ਉਸਨੇ ਡਾਕਟਰ ਗੁਲਾਟੀ ਨੂੰ ਬੁਲਾਇਆ ਅਤੇ ਉਸਨੂੰ ਦੱਸਿਆ ਕਿ ਉਹ ਹੁਣ ਉਸ ਵੇਸ਼ਵਾ ਘਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਤੇ ਉਹ ਆਪਣੀ ਧੀ ਨੂੰ ਵੀ ਇਸ ਦਲਦਲ 'ਚੋਂ ਕੱਢਣਾ ਚਾਹੁੰਦੀ ਹੈ। ਬਾਅਦ ਵਿੱਚ ਡਾਕਟਰ ਗੁਲਾਟੀ ਨੇ ਵੀ ਉਸਦੀ ਸਲਾਹ ਮੰਨ ਲਈ ਅਤੇ ਉਸਦੇ ਜਾਣਕਾਰ ਪੁਲਿਸ ਵਾਲੇ ਨੂੰ ਉਸਦੇ ਟਿਕਾਣੇ 'ਤੇ ਛਾਪਾ ਮਾਰਨ ਲਈ ਕਿਹਾ। ਉਸਦੀ ਗੱਲ ਮੰਨਣ ਤੋਂ ਬਾਅਦ ਪੁਲਿਸ ਨੇ ਗਿੰਨੀ ਦੇ ਕੋਠੇ 'ਤੇ ਛਾਪਾ ਮਾਰਿਆ। ਕਈ ਜੋੜੇ ਫੜੇ ਗਏ, ਕੁਝ ਭੱਜਣ ਵਿੱਚ ਕਾਮਯਾਬ ਵੀ ਹੋ ਗਏ। ਬਾਅਦ ਵਿੱਚ ਜਦੋਂ ਗਿੰਨੀ ਨੇ ਨੂਰੀ ਨੂੰ ਰੇਡ ਬਾਰੇ ਦੱਸਿਆ ਤਾਂ ਨੂਰੀ ਬੇਝਿਜਕ ਹੋ ਕੇ ਸੁਣਦੀ ਰਹੀ। ਉਸਨੇ ਇੰਜ ਦਿਖਾਇਆ ਜਿਵੇਂ ਉਸਨੂੰ ਕੁਝ ਪਤਾ ਹੀ ਨਾ ਹੋਵੇ। ਡਾਕਟਰਾਂ ਅਤੇ ਨਰਸਾਂ ਨੂੰ ਹੁਣ ਤੱਕ ਸਮਝ ਆ ਗਈ ਸੀ ਕਿ ਗਿੰਨੀ ਨੂਰੀ ਦੀ ਮਾਂ ਨਹੀਂ, ਸਗੋਂ ਇੱਕ ਕੋਠੇ ਦੀ ਮਾਲਕਣ ਸੀ। ਨੂਰੀ ਦੀ ਬਾਡੀ ਲੈਂਗੁਏਜ ਅਤੇ ਬੋਲਚਾਲ ਬਹੁਤ ਵਧੀਆ ਸੀ। ਇਸ ਤੋਂ ਇਲਾਵਾ
ਉਸ ਦੀ ਉਹ ਪਿਆਰੀ ਬੇਟੀ ਜਿਸ ਨੇ ਹੁਣੇ ਹੀ ਉੱਥੇ ਜਨਮ ਲਿਆ ਸੀ। ਇਸੇ ਕਰਕੇ ਹਸਪਤਾਲ ਦੇ ਸਟਾਫ ਨੇ ਨੂਰੀ ਦੀ ਅਸਲੀਅਤ ਜਾਣਦਿਆਂ ਵੀ ਉਸ ਨਾਲ ਹਮਦਰਦੀ ਜਤਾਈ। ਨੂਰੀ ਨੇ ਡਾਕਟਰ ਗੁਲਾਟੀ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਉਹ ਕਿਸੇ ਤਰ੍ਹਾਂ ਉਸ ਨੂੰ ਤੇ ਉਸ ਦੀ ਨਵਜੰਮੀ ਧੀ ਨੂੰ ਇਸ ਬੇਇੱਜ਼ਤੀ ਦੀ ਜ਼ਿੰਦਗੀ ਤੋਂ ਬਚਾਵੇ। ਉਹ ਕੋਈ ਵੀ ਕੰਮ ਕਰ ਲਵੇਗੀ ਪਰ ਉਸਨੇ ਕੋਠੇ ਤੇ ਵਾਪਸ ਨਹੀਂ ਜਾਣਾ। ਡਾਕਟਰ ਗੁਲਾਟੀ ਨੇ ਨੂਰੀ ਨੂੰ ਪੂਰਾ ਭਰੋਸਾ ਦਿੱਤਾ ਅਤੇ ਸਮਝਾਇਆ ਕਿ ਇਹ ਕੰਮ ਬਹੁਤ ਧਿਆਨ ਨਾਲ ਕਰਨਾ ਹੈ ਤਾਂ ਜੋ ਗਿੰਨੀ ਜਾਂ ਕੋਠੇ ਦੇ ਕਿਸੇ ਦਲਾਲ ਨੂੰ ਇਸ ਬਾਰੇ ਪਤਾ ਨਾ ਲੱਗੇ। ਪਲਾਨ ਦੇ ਮੁਤਾਬਕ ਡਾਕਟਰ ਗੁਲਾਟੀ ਨੇ ਗਿੰਨੀ ਨੂੰ ਸਮਝਾਇਆ ਕਿ ਡਿਲੀਵਰੀ ਤੋਂ ਬਾਅਦ ਨੂਰੀ ਦੀ ਹਾਲਤ ਹੁਣ ਬਹੁਤ ਨਾਜ਼ੁਕ ਹੈ, ਇਸ ਲਈ ਉਸ ਨੂੰ ਕੁਝ ਦਿਨ ਹੋਰ ਹਸਪਤਾਲ ਵਿੱਚ ਰਹਿਣਾ ਪਏਗਾ। ਗਿੰਨੀ ਮੰਨ ਗਈ। ਇਨ੍ਹਾਂ ਕੁਝ ਦਿਨਾਂ ਵਿੱਚ ਹੀ ਸਭ ਕੁਝ ਹੋ ਜਾਣਾ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਡਾਕਟਰ ਗੁਲਾਟੀ ਨੇ ਨੂਰੀ ਨੂੰ ਕੁਝ ਦਿਨ ਆਪਣੇ ਘਰ ਰਹਿਣ ਦਿੱਤਾ। ਇਸ ਦੌਰਾਨ ਡਾਕਟਰ ਗੁਲਾਟੀ ਨੇ ਗਿੰਨੀ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਜੇਕਰ ਉਹ ਵਾਰ-ਵਾਰ ਆਉਂਦੀ ਰਹੀ ਤਾਂ ਹਸਪਤਾਲ 'ਚ ਸਾਰਿਆਂ ਨੂੰ ਉਸ ਦੀ ਅਸਲੀਅਤ ਦਾ ਪਤਾ ਲੱਗ ਸਕਦਾ ਹੈ। ਅਸਲ 'ਚ ਡਾਕਟਰ ਗੁਲਾਟੀ ਚਾਹੁੰਦੀ ਸੀ ਕਿ ਨੂਰੀ ਆਪਰੇਸ਼ਨ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਜਾਵੇ ਤਾਂ ਹੀ ਉਹ ਗਿੰਨੀ ਨਾਲ ਕਿਸੇ ਵੀ ਤਰ੍ਹਾਂ ਦੀ ਲੜਾਈ ਲੜ ਸਕਦੀ ਹੈ। ਕੁਝ ਦਿਨਾਂ ਬਾਅਦ ਜਦੋਂ ਨੂਰੀ ਪੂਰੀ ਤਰ੍ਹਾਂ ਠੀਕ ਹੋ ਗਈ ਤਾਂ ਉਸਨੇ ਗਿੰਨੀ ਨੂੰ ਬੁਲਾਇਆ ਤੇ ਕਿਹਾ ਕਿ ਹੁਣ ਮੈਂ ਜਾਂ ਮੇਰੀ ਧੀ ਉਸ ਨਰਕ ਵਿੱਚ ਵਾਪਸ ਨਹੀਂ ਜਾਵਾਂਗੀਆਂ ਤੇ ਜੇਕਰ ਗਿੰਨੀ ਨੇ ਜਾਂ ਉਸਦੇ ਕਿਸੇ ਆਦਮੀ ਨੇ ਕੋਈ ਜ਼ਬਰਦਸਤੀ ਕੀਤੀ ਤਾਂ ਨੂਰੀ ਨੇ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਲਿਖ ਕੇ ਦਰਜ ਕਰਵਾ ਦਿੱਤੀ ਹੈ। ਨੂਰੀ ਦੇ ਸਖਤ ਲਹਿਜੇ ਅਤੇ ਆਤਮ ਵਿਸ਼ਵਾਸ ਕਾਰਨ ਗਿੰਨੀ ਥੋੜਾ ਘਬਰਾ ਗਈ ਅਤੇ ਸਿਰਫ ਇੰਨਾ ਕਿਹਾ ਕਿ ਜਦੋਂ ਤੂੰ ਤੇ ਤੇਰੀ ਧੀ ਭੁੱਖੀਆਂ ਮਰੋਂਗੀਆਂ ਉਦੋਂ ਆਪੇ ਮੇਰੇ ਕੋਠੇ ਤੇ ਆਉਂਗੀਆਂ। ਇਹ ਕਹਿ ਕੇ ਗਿੰਨੀ ਉੱਥੋਂ ਚਲੀ ਗਈ। ਹੁਣ ਸਭ ਤੋਂ ਪਹਿਲੀ ਲੋੜ ਨੂਰੀ ਨੂੰ ਸਵੈ ਨਿਰਭਰ ਹੋਣ ਦੀ ਸੀ। ਇਸ ਵਾਸਤੇ ਡਾਕਟਰ ਗੁਲਾਟੀ ਨੇ ਉਸ ਦੀ ਫੇਰ ਦੁਬਾਰਾ ਕਾਫੀ ਮਦਦ ਕੀਤੀ। ਉਸਨੇ ਪਹਿਲਾਂ ਨੂਰੀ ਨੂੰ ਹਸਪਤਾਲ ਵਿੱਚ ਸਵੀਪਰ ਵਜੋਂ ਨਿਯੁਕਤ ਕੀਤਾ। ਫਿਰ ਕੁਝ ਮਹੀਨਿਆਂ ਬਾਅਦ ਉਸ ਨੂੰ ਹਸਪਤਾਲ ਦਾ ਕੰਮ ਸਿਖਾ ਕੇ ਬੱਚਿਆਂ ਦੇ ਵਾਰਡ ਵਿੱਚ ਡਿਊਟੀ ਦੇ ਦਿੱਤੀ ਗਈ। ਨੂਰੀ ਦਾ ਪਿਆਰਾ ਸੁਭਾਅ ਸਾਰਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਸੀ। ਹੁਣ ਹਸਪਤਾਲ ਦੇ ਬਾਹਰ ਨੂਰੀ ਨੂੰ ਕਮਰਿਆਂ ਦਾ ਸੈੱਟ ਮਿਲ ਗਿਆ। ਉਹ ਆਪਣੀ ਧੀ ਨਾਲ ਉੱਥੇ ਰਹਿਣ ਲੱਗ ਪਈ। ਹੁਣ ਬੱਚਾ ਸਕੂਲ ਵੀ ਜਾਣ ਲੱਗ ਪਿਆ ਸੀ ਅਤੇ ਨੂਰੀ ਹਸਪਤਾਲ ਵਿੱਚ ਕੰਮ ਕਰਕੇ ਇੱਜ਼ਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ। ਹੁਣ ਕਦੇ-ਕਦੇ ਉਹ ਸੋਚਦੀ ਸੀ ਕਿ ਜੇ ਉਸ ਦਿਨ ਮੈਂ ਹਿੰਮਤ ਨਾ ਕੀਤੀ ਹੁੰਦੀ ਤੇ ਡਾਕਟਰ ਗੁਲਾਟੀ ਨਾਲ ਸਮਝਦਾਰੀ ਨਾਲ ਗੱਲ ਨਾ ਕੀਤੀ ਹੁੰਦੀ ਤਾਂ ਉਹ ਕਦੇ ਵੀ ਉਸ ਅਪਮਾਨਜਨਕ ਜ਼ਿੰਦਗੀ ਤੋਂ ਬਾਹਰ ਨਹੀਂ ਆ ਸਕਦੀ ਸੀ। ਫਿਰ ਉਸ ਦੀ ਧੀ ਸਕੂਲ ਤੋਂ ਆ ਗਈ। ਖਾਣਾ ਖਾਂਦੇ ਸਮੇਂ ਉਹ ਆਪਣੇ ਸਕੂਲ ਬਾਰੇ ਦੱਸ ਰਹੀ ਸੀ ਅਤੇ ਨੂਰੀ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੀ ਸੀ। ਇਸ ਨਿੱਕੀ ਜਿਹੀ ਰੂਹ ਦੇ ਆਉਣ ਨਾਲ ਨੂਰੀ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਆ ਗਈ ਸੀ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।